ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ निर्गुण राख लिया संतन का सदका सतगुर ढाक लिया मोह पापी पड़दा ढाकन हारे प्रभु हमारे जीव प्राण सुख दाते अविनाशी अवगत स्वामी पूरन पुरख विधाते उस्तत कहन न जाए तुम्हारी कौन कहे तू कद का नानक दास ताकै बलिहारी मिलै नाम हर निमका हम भीखक भिखारी तेरे तू निज पद है दाता रहो रंग राता गुरपुरै मेरी राख लई अमृत नाम हृदय मह दीनो कराए कहा बुद्ध प्रभ तुच्छ हमारी बरन सकै महिमा जो तिहारी हम न सकत कर सिफत तुम्हारी आप कथा सुधारी आप लेहो तुम कथा सुधारी सतनाम श्री वाहेगुरु साहिब जी। एक ओंकार वचल अंतरजामी करना निदान गुरु गरीब नवाज कलयुग के तारणहारे शब्द गुरु साहिब सतगुरु धन धन श्री गुरु ग्रंथ साहिब महाराज सच्चे पातशाह जी दे पावन पवित्र हजूरी अंदर सुभाईमान गुरु खालसा साध संगत जीओ सतगुरु जी की महान बख्शिश का सदका
ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਾਹਰ ਪੀਰ ਜਗਤ ਗੁਰ ਬਾਬਾ, ਗਰੀਬ ਨਵਾਜ ਪਤਿਤ ਪਾਵਨ ਭਗਤ ਵਛਲ, ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਦਿਆਂ ਹੋਇਆ ਜੀਵਾਂ ਦੇ ਭਲੇ ਹਿੱਤ ਜਗਤ ਦਾ ਉਦਾਰ ਕਰਦਿਆਂ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜਿਸ ਸਮੇਂ ਇਸ ਦੱਖਣ ਦੀ ਦਿਸ਼ਾ ਵੱਲ ਆਏ ਹਨ। ਓਮਕਾਰ ਨਾਥ ਨਾਮੇ ਇੱਕ ਮੰਦਿਰ ਹੈ ਹਿੰਦੂ ਮਤ ਦੇ ਵਿੱਚ, ਜਿੱਥੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਖਣੀ ਓਮਕਾਰ ਪਵਿੱਤਰ ਗੁਰਬਾਣੀ ਉਚਾਰਨ ਕੀਤੀ ਹੈ। ਐਸਾ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਿਰਦ ਹੈ। ਐਸੀ ਮਹਾਨ ਵਡਿਆਈ ਹੈ ਪੂਰੇ ਸਤਿਗੁਰੂ ਜੀ ਦੀ। ਜੇ ਕਿਸੇ ਦੇ ਮਨ ਵਿੱਚ ਕੋਈ ਭਰਮ ਹੋਵੇ, ਸ਼ੰਕਾ ਹੋਵੇ, ਗਰੀਬ ਨਵਾਜ ਸਤਿਗੁਰੂ ਜੀ ਉਸ ਨੂੰ ਦੂਰ ਕਰ ਦਿੰਦੇ ਹਨ। ਇਹ ਪੂਰੇ ਔਰ ਸੱਚੇ ਸਤਿਗੁਰੂ ਜੀ ਦੀ ਨਿਸ਼ਾਨੀ ਹੈ, ਕਿਉਂਕਿ ਭਗਤ ਰਸਨਾ ਦੁਆਰਾ ਸਤਿਗੁਰੂ ਜੀ ਦਾ ਪਾਵਨ ਫਰਮਾਨ ਆਉਂਦਾ ਹੈ, ਕਬੀਰ ਮਾਇ ਮੁੰਡਾ ਤਿਹ ਗੁਰੂ ਕੀ ਜਾਤ ਤੇ ਭਰਮ ਨਾ ਜਾਏ। ਜਿਸ ਗੁਰੂ ਤੋਂ ਆਪਣੇ ਚੇਲੇ ਦਾ, ਆਪਣੇ ਦਾਸਾਂ ਦਾ, ਆਪਣੇ ਸਿੱਖਾਂ ਦਾ ਭਰਮ ਨਹੀਂ ਦੂਰ ਹੁੰਦਾ, ਉਹਦੇ ਮਾਂ ਦਾ ਕਹਿੰਦੇ ਸਿਰ ਮੁੰਨ ਦੇਵੋ। ਸਭ ਭਰਮਾਂ ਔਰ ਸ਼ੰਕਿਆਂ ਤੋਂ ਰਹਿਤ ਕਰਨ ਵਾਲੇ ਗਰੀਬ ਨਵਾਜ ਜਗਤ ਬਾਬਾ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਹਜ਼ੂਰ ਦਾ ਇੱਥੇ ਮਿਲਾਪ ਹੋਇਆ ਇੱਕ ਵੈਰਾਗੀਆਂ ਦੀ ਟੋਲੀ ਦੇ ਨਾਲ, ਜਿਨ੍ਹਾਂ ਦੇ ਵਿੱਚੋਂ ਮੁਖੀ ਸਨ ਬਾਬਾ ਰਾਮ ਥੰਮਣ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦੁਨਿਆਵੀ ਰਿਸ਼ਤੇਦਾਰੀ ਵਿੱਚੋਂ ਮਾਸੀ ਦੇ ਪੁੱਤ ਸਨ, ਜਿਨ੍ਹਾਂ ਦੇ ਬਾਬਤ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ। ਮਾਤਾ ਲਖੋ ਜੀ ਤਿਨਾਂ ਦਾ ਨਾਮ ਸੀ, ਜਿਨ੍ਹਾਂ ਦੇ ਘਰ ਦੇ ਵਿੱਚ ਬਾਬਾ ਰਾਮ ਥੰਮਣ ਜੀ ਦਾ ਜਨਮ ਹੋਇਆ ਸੀ। ਛੋਟੀ ਆਰਜੂ ਦੇ ਵਿੱਚ ਹੀ ਆਪ ਜੀ ਦਾ ਸੁਭਾਅ ਬੜਾ ਅਲਮਸਤ ਸੀਗਾ। ਵੈਰਾਗ ਦੇ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਨ ਵਾਲੇ ਵੈਰਾਗੀਆਂ ਦੀ ਟੋਲੀ ਵਿੱਚ ਜਾ ਕਰਕੇ ਮਿਲੇ ਸਨ। ਤੇ ਜਿੱਥੇ ਮਹਾਰਾਜ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ, ਉੱਥੇ ਸਭ ਟੋਲੀ ਦੇ ਵਿੱਚ ਜਿੰਨੇ ਵੀ ਇਲਾਕੇ ਦੇ ਲੋਕ ਸਨ, ਬਾਬਾ ਰਾਮ ਥੰਮਣ ਜੀ ਦਾ ਬਹੁਤ ਜ਼ਿਆਦਾ ਸਤਿਕਾਰ ਕਰਿਆ ਕਰਦੇ, ਹੱਥ ਜੋੜ ਕਰਕੇ ਬੇਨਤੀਆਂ ਕਰਿਆ ਕਰਦੇ ਸਨ। ਇਹ ਬਾਬਾ ਰਾਮ ਥੰਮਣ ਜੀ, ਆਪ ਜੀ ਪੂਰਨ ਹੋ, ਬੁੱਝੇ ਹੋਏ ਹੋ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਈ ਹੈ, ਸਾਨੂੰ ਵੀ ਕਰਵਾ ਦੇਵੋ। ਬਹੁਤ ਸਾਰੇ ਲੋਕਾਂ ਨੇ ਉਹ ਬੇਨਤੀਆਂ ਕਰਿਆ ਕਰਨੀਆਂ, ਕਿਉਂਕਿ ਵੈਰਾਗ ਦੇ ਵਿੱਚ ਹੀ ਸਦਾ ਰਿਹਾ ਕਰਦੇ ਸਨ। ਵੈਰਾਗਵਾਨ ਬਾਬਾ ਜੀ ਦਾ ਜੀਵਨ ਸੀਗਾ, ਪਰ ਹਿਰਦੇ ਦੇ ਅੰਦਰ ਨਿਮਰਤਾ ਧਾਰਨ ਕਰਕੇ ਰੱਖੀ ਕਿ ਮੈਨੂੰ ਤਾਂ ਅਜੇ ਤੱਕ ਪਰਮੇਸ਼ਰ ਦੀ ਪ੍ਰਾਪਤੀ ਹੋਈ ਨਹੀਂ ਹੈ। ਇਹ ਲੋਕ ਫਿਰ ਵੀ ਮੇਰੇ ਨਿਮਰਤਾਵਾਨ ਹੋ ਕੇ ਮੇਰੇ ਅੱਗੇ ਫਰਿਆਦਾਂ ਕਰਦੇ, ਬੇਨਤੀਆਂ ਕਰਦੇ ਨੇ, ਜਾਂ ਖੁਦਾ ਇਹ ਪਰਮਾਤਮਾ ਕੋਈ ਨਾ ਕੋਈ ਸਬੱਬਤਾ ਬਣਾ, ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਮਹਾਰਾਜ ਸਾਹਿਬ ਜੀ ਦੇ ਨਾਲ ਦੇਵਨੀਤ ਨਾਲ ਜਦੋਂ ਮੇਲ ਹੋਇਆ ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਬਾਬਾ ਰਾਮ ਥੰਮਣ ਜੀ ਨੇ। ਕਹਿਣ ਲੱਗੇ, ਹੇ ਸਤਿਗੁਰੂ ਜੀ, ਲੋਕ ਮੈਨੂੰ ਕਹਿੰਦੇ ਹਨ ਕਿ ਤੂੰ ਪੁੱਜ ਗਿਆ, ਭਾਵ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ, ਤੇਰੇ ਸਮਾਨ ਕੋਈ ਹੋਰ ਨਹੀਂ ਹੈ, ਕਲਾਵਾਨ ਸ਼ਕਤੀਆਂ ਵਾਲਾ। ਤੇ ਮਹਾਰਾਜ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਨਿਸ਼ਚੈ ਕਰਕੇ ਕਰਵਾ ਦਿਓ ਨਾ, ਆਪ ਜੀ ਕਿਰਪਾ ਕਰ ਦੇਵੋ, ਤਾਂ ਮਹਾਰਾਜ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਜਗਤ ਦੇ ਲੋਕ ਤਾਂ ਭਾਵੇਂ ਆਖ ਰਹੇ ਨੇ ਕਿ ਮੈਨੂੰ ਪ੍ਰਾਪਤੀ ਹੋ ਗਈ ਹੈ, ਮੈਂ ਪੁੱਜ ਗਿਆ ਹਾਂ, ਪਰ ਮਹਾਰਾਜ ਸੱਚੇ ਪਾਤਸ਼ਾਹ ਪਰਮਾਤਮਾ ਦੇ ਵਿਛੋੜੇ ਦੀ ਤੜਪ ਹੈ ਮੇਰੇ ਹਿਰਦੇ ਅੰਦਰ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਣੇ ਦੀ ਤਾਂਘ ਹੈ ਮੇਰੇ ਅੰਦਰ।
ਲੰਬੇਰੇ ਸਮੇਂ ਤੋਂ ਆਸ ਲਗਾ ਕਰਕੇ ਬੈਠਾ ਹੋਇਆ ਹਾਂ ਵਾਹਿਗੁਰੂ ਦੇ ਨਾਲ ਮਿਲਣ ਦੇ ਵਾਸਤੇ। ਆਪ ਕਿਰਪਾ ਕਰੋ, ਐਸਾ ਮਹਾਰਾਜ ਉਪਦੇਸ਼ ਬਖਸ਼ਿਸ਼ ਕਰੋ, ਐਸੀ ਸਿੱਖਿਆ ਮਹਾਰਾਜ ਮੇਰੇ ਹਿਰਦੇ ਅੰਦਰ ਦ੍ਰਿੜ ਕਰਵਾ ਦੇਵੋ, ਜਿਸ ਕਰਕੇ ਪ੍ਰਮਾਤਮਾ ਦੇ ਨਾਲ ਮਿਲ ਸਕਾਂ। ਹਜੂਰ ਨੇ ਹਿਰਦੇ ਦਾ ਵੈਰਾਗ ਦੇ ਅੰਦਰ ਦੀ ਭਾਵਨਾ ਦੇਖ ਕਰਕੇ ਅੰਤਰਜਾਮੀ ਮਹਾਰਾਜ ਸਾਹਿਬ ਜੀ ਨੇ ਜੀਵ ਰੂਪਕ ਅਲੰਕਾਰ ਬਣਾ ਕੇ ਸਤਿਗੁਰੂ ਜੀ ਨੇ ਇਸ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ। ਸ਼ੰਤਾਂ ਦੇ ਵਿੱਚ ਇਹ ਛੰਦ ਦੇ ਅੰਦਰ ਬਾਣੀ ਨੂੰ ਉਚਾਰਨ ਕੀਤਾ ਹੈ। 4 ਪਦਿਆਂ ਦਾ ਸ਼ਬਦ ਹੈ। 4 ਪਦਿਆਂ ਦੇ ਵਿੱਚ 4 ਪੌੜੀਆਂ ਵਿੱਚ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਹੈ। ਉੱਤਮ, ਮੱਧਮ ਔਰ ਕਨਿਸ਼ਟ ਇਸਤਰੀ ਜੀਵ ਰੂਪ ਸਖੀ ਦਾ ਅਲੰਕਾਰ ਬਣਾ ਕਰਕੇ ਉੱਤਮ ਭਾਵ ਜਿਹੜੇ ਮਹਾਤਮਾ ਹਨ, ਜਿਨ੍ਹਾਂ ਦੇ ਹਿਰਦੇ ਦੇ ਅੰਦਰ ਸਤੋ ਗੁਣੀ ਜਿਹੜਾ ਸਾਧ ਸੰਗਤ ਜੀ ਸਤੋ ਗੁਣ ਪ੍ਰਦਾਨ ਹੋਏ ਆ, ਉਹ ਸੰਸਾਰ ਦੇ ਅੰਦਰ ਬੰਦਗੀ ਕਰਨ ਵਾਲੇ ਬ੍ਰਹਮ ਵੇਤੇ ਮਹਾਂਪੁਰਖ ਸਤਿਪੁਰਸ਼, ਤਿਨਾਂ ਨੇ ਸਭ ਤੋਂ ਉੱਤਮ ਅਖਾਵਣਾ ਕੀਤਾ ਹੈ ਕਿ ਉਹ ਸਭ ਤੋਂ ਉੱਤਮ ਹਨ ਜਿਨ੍ਹਾਂ ਦੇ ਅੰਦਰ ਸਤੋ ਗੁਣ ਦੀ ਪ੍ਰਧਾਨਤਾ ਹੈ, ਔਰ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਰਜੋ ਗੁਣ ਦੀ ਪ੍ਰਧਾਨਤਾ ਹੈ, ਉਹ ਮੱਧਮ ਜੀਵ ਮੰਨੇ ਜਾਂਦੇ ਹਨ। ਮੱਧਮ ਜੀਵ ਰੂਪ ਸਖੀਆਂ ਦਾ ਉਹਨਾਂ ਦਾ ਰੂਪਕ ਅਲੰਕਾਰ ਮਹਾਰਾਜ ਸਾਹਿਬ ਜੀ ਨੇ ਬਣਾਇਆ ਹੈ। ਔਰ ਜਿਹੜੇ ਕਨਿਸ਼ਟ ਹਨ, ਤਿਨਾਂ ਦੇ ਅੰਦਰ ਤਮੋ ਗੁਣ ਦੀ ਪ੍ਰਧਾਨਤਾ ਮੰਨੀ ਜਾਂਦੀ ਹੈ। ਇਹ ਸਾਧ ਸੰਗਤ ਜੀ ਵੇਦਾਂਤਾਂ ਦੇ ਵਿੱਚ, ਗ੍ਰੰਥਾਂ ਵਿੱਚ ਵਚਨ ਲਿਖੇ ਹੋਏ ਹਨ। ਵੇਦਾਂਤ ਦੇ ਅਧਿਆਤਮ ਪ੍ਰਕਾਸ਼ ਗ੍ਰੰਥ ਹੈ, ਜਿਸ ਨੂੰ ਆਤਮਾ ਦਾ ਪ੍ਰਕਾਸ਼ ਵੀ ਕਿਹਾ ਜਾਂਦਾ ਹੈ। ਅਧਿਆਤਮ ਤੋਂ ਭਾਵ ਅੰਦਰ ਦਾ ਪ੍ਰਕਾਸ਼, ਹਿਰਦੇ ਦਾ ਗਿਆਨ। ਜਿਸ ਗ੍ਰੰਥ ਦੁਆਰਾ ਜੀਵ ਨੂੰ ਹਿਰਦੇ ਦਾ ਪ੍ਰਕਾਸ਼ ਹੋ ਜਾਵੇ, ਅੰਦਰ ਦਾ ਗਿਆਨ ਪ੍ਰਾਪਤ ਹੋ ਜਾਵੇ, ਸਮਝ ਪੈ ਜਾਵੇ, ਐਸੇ ਬੜੇ ਪਿਆਰੇ ਬਚਨ ਲਿਖੇ ਹਨ ਕਵੀ ਜੀ ਨੇ ਕਿ ਸਤੋਗੁਣ ਦੇ ਕੀ ਲੱਛਣ ਹਨ। ਜਦੋਂ ਮਨੁੱਖ ਦੇ ਹਿਰਦੇ ਅੰਦਰ ਰਜੋਗੁਣ ਦੀ ਪ੍ਰਧਾਨਤਾ ਹੁੰਦੀ ਹੈ, ਜ਼ਿਆਦਾ ਰਜੋਗੁਣੀ ਹੋ ਜਾਂਦਾ, ਉਹ ਕੀ ਲੱਛਣ ਹੁੰਦੇ ਹਨ। ਅਤੇ ਤਮੋਗੁਣੀ ਜਦੋਂ ਪ੍ਰਧਾਨ ਹੋ ਜਾਂਦਾ ਹੈ ਜੀਵ ਦੇ ਅੰਦਰ, ਫਿਰ ਕਿਹੜੇ ਉਹ ਲੱਛਣ ਹੁੰਦੇ ਹਨ, ਕਿਹੜੇ ਗੁਣ ਹੁੰਦੇ ਹੈ। ਇਹ ਗ੍ਰੰਥਾਂ ਦੇ ਵੀ ਸਾਧ ਸੰਗਤ ਜੀ ਵਚਨ ਆਮਦੇ, ਮੈਂ ਕੋਲੋਂ ਨਹੀਂ ਕੋਈ ਕਹਿ ਕੇ ਬੋਲ ਰਿਹਾ। ਬੜਾ ਪਿਆਰਾ ਵਚਨ ਲਿਖਿਆ ਹੈ ਕਾਵ ਰਚਨਾ ਦੇ ਵਿੱਚ। ਕਹਿੰਦੇ ਹਨ, ਸਕਲ ਵਸਤ ਕੋ ਗਿਆਨ ਔਰ ਬੁੱਧ ਵਿਮਲ ਜਬ ਹੋਏ, ਜਹੀ ਸਤੋ ਗੁਣ ਜਾਨੀਏ ਕਹਿਤ ਸਿਆਣੇ ਲੋਏ। ਕਵੀ ਜੀ ਕਹਿੰਦੇ ਹਨ ਕਿ ਜਦੋਂ ਸੰਸਾਰ ਭਰ ਦੇ ਸਾਰੇ ਚੰਗੇ ਔਰ ਮਾੜੇ ਪਦਾਰਥਾਂ ਦਾ ਜੀਵ ਨੂੰ ਗਿਆਨ ਹੋ ਜਾਂਦਾ ਨਾ ਹਿਰਦੇ ਕਰਕੇ, ਸਕਲ ਵਸਤ ਕੋ ਗਿਆਨ ਔਰ ਕਿ ਸਾਰੀਆਂ ਜਿੰਨੀਆਂ ਵੀ ਸੰਸਾਰ ਭਰ ਦੀਆਂ ਵਸਤੂਆਂ ਹਨ, ਜਿੰਨੇ ਵੀ ਪਦਾਰਥ ਹਨ, ਇਹ ਸਭ ਹੀ ਨਾਸ਼ਵਾਨ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਧ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਮ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ। ਇਹ ਸਭ ਕੁਝ ਨਾ ਹੋਇਆ ਜਾਣ ਲੈਣਾ ਕਰਦਾ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਉਹਨੂੰ ਸਤੋਗੁਣ ਦੀ ਪ੍ਰਧਾਨਤਾ ਮੰਨਿਆ ਜਾਂਦਾ। ਫਿਰ ਵਚਨ ਕੀਤਾ, ਕਹਿੰਦੇ ਬੁੱਧ ਬਿਮਲ ਜਬ ਹੋਏ, ਜਦੋਂ ਬੁੱਧੀ ਮਨੁੱਖ ਦੀ ਨਿਰਮਲ ਹੋ ਜਾਂਦੀ ਹੈ ਨਾ, ਭਾਵ ਅਵਿਦਿਆ ਦੀ ਮੈਲ ਤੋਂ ਰਹਿਤ ਹੋ ਜਾਂਦੀ, ਸ਼ੁੱਧ ਹੋ ਜਾਂਦੀ, ਉਹਨੂੰ ਸਤੋਗੁਣੀ ਕਿਹਾ ਜਾਂਦਾ ਹੈ। ਉਹ ਮਨੁੱਖ ਦੇ ਹਿਰਦੇ ਅੰਦਰ ਸਤੋਗੁਣ ਦੀ ਪ੍ਰਧਾਨਤਾ ਮੰਨੀ ਜਾਂਦੀ ਹੈ। ਫਿਰ ਅਗਲਾ ਵਚਨ ਆਉਂਦਾ ਹੈ, ਲੋਭ ਲੀਏ ਵਿਵਹਾਰ ਜੋ ਸੋ ਸੰਸਾਰ ਦੇ ਅੰਦਰ ਕਹਿੰਦੇ ਲੋਭ ਲੀਏ ਵਿਵਹਾਰ ਜੋ ਸੋ ਜਤਿਓ ਗੁਣ ਜਾਣ ਸੋ ਰਜੋ ਗੁਣ ਜਾਣ। ਉਹ ਰਜੋ ਗੁਣ ਦੀ ਪ੍ਰਧਾਨਤਾ ਜੀਵ ਦੇ ਅੰਦਰ ਮੰਨੀ ਜਾਂਦੀ ਹੈ। ਜਿਹੜਾ ਲੋਭੀ ਹੋ ਜਾਂਦਾ, ਲੋਭ ਦੇ ਅਧੀਨ ਹੋ ਕਰਕੇ ਦਰ ਦਰ 'ਤੇ ਠੋਕਰਾਂ ਖਾਂਦਾ ਫਿਰਦਾ ਹੈ। ਲੋਭੀ ਬਣ ਕੇ ਕਦੇ ਕਿਸੇ ਦਰ 'ਤੇ ਜਾ ਕੇ ਅੱਗੇ ਹੱਥ ਅੱਡਦਾ, ਕਦੇ ਕਿਸੇ ਅੱਗੇ ਜਾ ਕੇ ਹੱਥ ਅੱਡਦਾ। ਜਦੋਂ ਲੋਭ ਪਦਾਰਥ ਧਨ ਮਿਲ ਜਾਂਦਾ, ਫਿਰ ਬਾਅਦ ਵਿੱਚ ਕਹਿੰਦਾ ਕਿ ਤੂੰ ਕੌਣ ਤੇ ਮੈਂ ਕੌਣ ਹਾਂ। ਇੱਦਾਂ ਦੀ ਜਦੋਂ ਮਨ ਦੇ ਵਿੱਚ ਵਿਚਾਰ ਆਉਂਦੇ ਆ ਨਾ, ਉਹ ਸਤ ਸੰਗਤ ਜੀ ਰਜੋਗੁਣੀ ਮਨੁੱਖ ਮੰਨਿਆ ਜਾਂਦਾ ਹੈ। ਲੋਭ ਲੀਏ ਵਿਵਹਾਰ ਜੋ ਸੋ ਕਹਿੰਦੇ ਹਨ, ਆਲਸਿਆ ਨਿਦਰਾ ਵਿਕਲਤਾ ਮੋਹ ਤਮੋ ਗੁਣ ਜਾਣ। ਜਿਸ ਮਨੁੱਖ ਨੂੰ ਬਹੁਤਾ ਆਲਸ ਆਉਂਦਾ ਹੋਵੇ, ਸੁੱਤਾ ਹੀ ਰਹਿੰਦਾ ਹੋਵੇ, ਹਰ ਸਮੇਂ ਘਰਾੜੇ ਮਾਰਦਾ ਰਹਿੰਦਾ ਹੋਵੇ, ਲੰਗਰ ਪਕਵਾਨ ਛਕ ਛਕ ਕਰਕੇ, ਜ਼ਬਾਨ ਦੇ ਚਸਕੇ ਲਾ ਲਾ ਕਰਕੇ ਸੁੱਤਾ ਰਹਿੰਦਾ ਹੋਵੇ, ਬਹੁਤ ਨਿੰਦਰਾ ਆਉਂਦੀ ਹੋਵੇ,
ਫਿਰ ਬਹੁਤ ਜ਼ਿਆਦਾ ਮੋਹ ਕਰਦਾ ਹੋਵੇ ਪਰਿਵਾਰ ਨਾਲ, ਧਨ ਦੇ ਨਾਲ, ਸਕੇ ਸੰਬੰਧੀਆਂ ਦੇ ਨਾਲ, ਪਦਾਰਥਾਂ ਦੇ ਨਾਲ, ਉਹਨੂੰ ਤਮੋਗੁਣੀ ਸੁਭਾਅ ਵਾਲਾ ਕਿਹਾ ਜਾਂਦਾ ਹੈ। ਇਹ ਲੱਛਣ ਦੱਸੇ ਹਨ ਕਿ ਸਤੋਗੁਣੀ ਕੌਣ ਹੁੰਦਾ ਹੈ, ਰਜੋਗੁਣੀ ਕੌਣ ਹੁੰਦਾ ਤੇ ਤਮੋਗੁਣੀ ਕੌਣ ਹੁੰਦਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਉੱਤਮ, ਮੱਧਮ ਔਰ ਕਨਿਸ਼ਟ ਤਿੰਨਾਂ ਜੀਵ ਰੂਪ ਸਖੀਆਂ ਦਾ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਨ੍ਹਾਂ ਦੇ ਅੰਦਰ ਸਤੋ ਗੁਣੀ ਦੀ ਪ੍ਰਧਾਨਤਾ ਹੈ ਉਹ ਉੱਤਮ ਜੀਵ ਰੂਪ ਸਖੀਆਂ ਹਨ, ਉੱਤਮ ਮਨੁੱਖ ਆ ਬ੍ਰਹਮ ਬੇਤੇ ਹਨ। ਜਿਨ੍ਹਾਂ ਦੇ ਅੰਦਰ ਰਜੋ ਗੁਣ ਦੀ ਪ੍ਰਧਾਨਤਾ ਹੈ ਉਹ ਮੱਧਮ ਸੰਸਾਰ ਦੇ ਅੰਦਰ ਜੀਵ ਹਨ, ਅਤੇ ਜਿਨ੍ਹਾਂ ਦੇ ਅੰਦਰ ਤਮੋ ਗੁਣ ਦੀ ਪ੍ਰਧਾਨਤਾ, ਬਹੁਤੇ ਆਲਸੀ ਹਨ, ਦਲਿਦਰੀ ਹਨ, ਮੋਹ ਦੇ ਵਸੀਕਾਰ ਹੋ ਕਰਕੇ ਰਹਿੰਦੇ ਆ, ਕ੍ਰੋਧੀ ਹਨ, ਉਹਨਾਂ ਦੇ ਅੰਦਰ ਤਮੋ ਗੁਣ ਦੀ ਪ੍ਰਧਾਨਤਾ ਤਮੋ ਗੁਣੀ ਗਿਣੇ ਜਾਂਦੇ ਹਨ। ਮਹਾਰਾਜ ਸਾਹਿਬ ਜੀ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾਵੋ, ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੇ ਇਸ ਪਾਵਨ ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪ੍ਰਮਾਤਮਾ ਦਾ ਮੰਗਲ ਕੀਤਾ ਹੈ। ਇਸ ਨੂੰ ਸਾਧ ਸੰਗਤ ਜੀ ਖੋੜਸਾ ਮੰਤਰ ਵੀ ਕਿਹਾ ਜਾਂਦਾ ਹੈ। ਜਿਵੇਂ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਜੋ ਖੋੜਸਾ ਮੰਤਰ ਹੈ, ਜਿਹਦਾ ਪਹਿਲਾਂ ਸਨਾਤਨ ਮਤ ਦੇ ਵਿੱਚ ਸਾਧ ਸੰਗਤ ਜੀ ਮੰਤਰ ਬਹੁਤ ਲੋਕ ਜਾਪ ਕਰਿਆ ਕਰਦੇ ਸਨ, ਅਤੇ ਜ਼ਿਕਰ ਆਉਂਦਾ ਹੈ ਕਿ ਬਾਬਾ ਰਾਮ ਥੰਮਣ ਜੀ ਵੀ ਇਹਦਾ ਜਾਪ ਕਰਿਆ ਕਰਦੇ ਸਨ, ਜੋ ਸਤਿਗੁਰੂ ਜੀ ਦੇ ਮਾਸੀ ਦੇ ਪੁੱਤਰ ਸਨ, ਜੋ ਵੈਰਾਗੀਆਂ ਦੇ ਮੁਖੀ ਸਨ ਸਭ ਟੋਲੀ ਦੇ, ਜਿਨ੍ਹਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰੋ। ਸਤਿਗੁਰੂ ਜੀ ਨੇ ਉਹਨਾਂ ਦਾ ਉਹ ਖੋੜਸਾ ਮੰਤਰ ਛਡਾ ਕਰਕੇ ਇਹ ਮੰਤਰ ਦਾ ਜਾਪ ਕਰਨੇ ਦਾ ਦੱਸਿਆ ਸੀਗਾ ਕਿ ਇਹ ਬਾਬਾ ਜੀ ਆਪ ਜੀ ਇਸ ਮੰਤਰ ਦਾ ਜਾਪ ਕਰਿਆ ਕਰੋ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਉਹ ਪਹਿਲਾਂ ਜਾਪ ਕਰਿਆ ਕਰਦੇ ਸਨ, ਹਰੇ ਰਾਮ ਹਰੇ ਰਾਮ ਹਰੇ ਰਾਮ ਰਾਮ ਹਰੇ ਹਰੇ, ਹਰੇ ਕ੍ਰਿਸ਼ਨ 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 ਹਰੇ ਹਰੇ। ਇਹਨੂੰ ਖੋੜਸਾ ਮੰਤਰ ਕਿਹਾ ਜਾਂਦਾ ਹੈ। ਅਤੇ ਸਤਿਗੁਰੂ ਜੀ ਨੇ ਇਹ ਮੰਤਰ ਛਡਾ ਕੇ ਅਤੇ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜੋ ਆਪਣੀ ਪਾਕ ਰਸਨਾ ਤੋਂ ਉਚਾਰਨ ਕੀਤਾ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ, ਕਹਿੰਦੇ ਕਿ ਇਸ ਮੰਤਰ ਦਾ ਜਾਪ ਕਰਿਆ ਕਰੋ, ਫਿਰ ਭੈ ਦਾ ਇੱਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੋਗੇ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਇੱਕ ਅਦੁੱਤੀ ਪਰਮਾਤਮਾ ਦਾ ਸਰੂਪ ਹੈ, ਜੋ ਕਾਲ ਤੋਂ ਰਹਿਤ ਪਰਮਾਤਮਾ ਦੀ ਹਸਤੀ ਹੈ। ਸਤ ਸਦੀਵੀ ਕਾਲ ਵਾਸਤੇ ਸੱਚਾ ਹੈ, ਅਤੇ ਨਾਮ ਪਰਮਾਤਮਾ ਦਾ ਪ੍ਰਸਿੱਧ ਹੈ। ਕਿੰਨੇ ਕੁ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਜੇਬਾਂ ਦੇ ਨਾਲ ਜਪੇ ਜਾ ਸਕਦੇ, ਬੇਅੰਤ ਵਾਹਿਗੁਰੂ ਜੀ ਦੇ ਨਾਮ ਹਨ। ਕਿਰਤਮ ਨਾਮ ਜਪੇ ਤੇਰੇ ਜੇਬਾਂ, ਸਤਨਾਮ ਤੇਰਾ ਪਰਾ ਪੂਰਬਲਾ। ਹੇ ਮਹਾਰਾਜ, ਹੇ ਪਰਮੇਸ਼ਰ ਜੀ, ਸਤਨਾਮ ਇਹ ਆਪ ਜੀ ਦਾ ਪਰਾ ਪੂਰਬਲਾ ਮਹਾਰਾਜ, ਆਦਿ ਕਾਲ ਤੋਂ ਆਪ ਜੀ ਦਾ ਇਹ ਸੱਚਾ ਨਾਮ ਹੈ, ਜੋ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ। ਤਮਾਮ ਸੰਸਾਰ ਭਰ ਦੇ ਜੀਵ ਜਨਮਦੇ ਮਰਦੇ ਰਹਿੰਦੇ ਹੈ, ਪਰ ਨਾਮ ਆਪ ਜੀ ਦਾ ਮਹਾਰਾਜ ਸਦੀਵੀ ਕਾਲ ਵਾਸਤੇ ਸੱਚਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ। ਪਰਮੇਸ਼ਰ ਦਾ ਨਾਮ ਸਦੀਵੀ ਕਾਲ ਵਾਸਤੇ ਸੱਚਾ ਹੈ। ਔਰ ਹਜ਼ੂਰ ਨੇ ਉਚਾਰਨ ਕੀਤਾ ਹੈ, ਕਰਤਾ ਸਾਰੀ ਸ੍ਰਿਸ਼ਟੀ ਦਾ ਕਰਨਹਾਰਾ ਪਰਮੇਸ਼ਰ ਆਪ ਹੈ, ਜਿਸ ਨੇ ਜਗਤਰੂ ਬਾਲਕ ਨੂੰ ਪੈਦਾ ਕੀਤਾ ਹੈ। ਪੁਰਖ ਪੁਰਸ਼ਾਰਥ ਕਰਨੇ ਵਾਲਾ ਹੈ। ਪੁਰਖ
ਸੰਸਾਰ ਭਰ ਦੇ ਸਭ ਜੀਵ ਰੂਪ ਇਸਤਰੀਆਂ ਹਨ, ਇੱਕ ਪਰਮਾਤਮਾ ਹੀ ਪੁਰਖ ਸਰੂਪ ਹੈ। ਪੁਰਖ ਪੂ ਆਦਿਕ ਨਰਕਾਂ ਤੋਂ ਰੱਖਿਆ ਕਰਨ ਵਾਲਾ, ਫਿਰ ਔਗਣਾ ਆਦਿਕ ਵਿਕਾਰਾਂ ਆਦਿਕਾਂ ਤੋਂ ਰੱਖਿਆ ਕਰਨ ਵਾਲਾ ਉਹ ਪਰਮਾਤਮਾ ਦਾ ਪੁਰਖ ਸਰੂਪ ਹੈ। ਗੁਰ ਸਦਾ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਚੇਤਨ ਸਰੂਪ ਹੈ ਤੇ ਪ੍ਰਸਾਦ ਆਨੰਦ ਸਰੂਪ ਹੈ, ਇੱਕ ਰਸ ਰਹਿੰਦਾ ਹੈ। ਕਿਉਂਕਿ ਜਿੱਥੇ ਸੁਖ ਹੈ ਨਾ ਸਾਧ ਸੰਗਤ ਜੀ, ਉੱਥੇ ਕਿਸੇ ਨਾ ਕਿਸੇ ਸਮੇਂ ਦੁੱਖ ਆ ਹੀ ਜਾਂਦਾ ਹੈ। ਸੁਖ ਇੱਕ ਇੱਦਾਂ ਦੀ ਸ਼ਕਤੀ ਹੈ ਜੋ ਕਿਸੇ ਨਾ ਕਿਸੇ ਸਮੇਂ 'ਤੇ ਜ਼ਿੰਦਗੀ ਵਿੱਚ ਕਰਵਟ ਆਉਣੇ ਦੇ ਕਾਰਨ ਦੁੱਖ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਪਰ ਜਿੱਥੇ ਆਨੰਦ ਹੈ ਨਾ, ਉਹਦੇ ਸਮਾਨ ਕੋਈ ਦੂਜਾ ਸ਼ਬਦ ਨਹੀਂ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ। ਜਿਵੇਂ ਗਰਮੀ ਹੈ ਅਤੇ ਸਰਦੀ ਵੀ ਹੈ, ਰਾਤ ਹੈ ਅਤੇ ਦਿਨ ਵੀ ਹੈ, ਚੋਰ ਹੈ ਅਤੇ ਸਾਧ ਵੀ ਹੈ, ਧੁੱਪ ਹੈ ਅਤੇ ਛਾਂ ਵੀ ਹੈ। ਇਹ ਦੋ ਪਹਿਲੂ ਦੋ ਸ਼ਬਦ ਉਚਾਰਨ ਕੀਤੇ, ਪਰ ਆਨੰਦ ਦੇ ਸਮਾਨ ਹੋਰ ਕੋਈ ਦੂਜਾ ਇਹਦੇ ਬਰਾਬਰ ਜਾਂ ਇਹਦੇ ਉਲਟ ਪੋਜ਼ਿਟਿਵ ਜਿਹੜਾ ਕੋਈ ਸ਼ਬਦ ਹੈ ਨਾ, ਸਾਧ ਸੰਗਤ ਜੀ ਨਹੀਂ ਉਚਾਰਨ ਕਰਨਾ ਕੀਤਾ। ਕਿਉਂਕਿ ਇੱਕ ਰਸ ਰਹਿਣ ਵਾਲਾ, ਤਾਂ ਉਸ ਪਰਮਾਤਮਾ ਦੇ ਸਰੂਪ ਨੂੰ ਆਨੰਦ ਸਰੂਪ ਕਿਹਾ ਜਾਂਦਾ ਹੈ। ਆਨੰਦ ਜੋ ਕਦੇ ਵੀ ਘਟਦਾ ਨਹੀਂ ਹੈ, ਕਦੇ ਵੀ ਵੱਧਦਾ ਨਹੀਂ ਹੈ, ਇੱਕ ਰਸ ਰਹਿਣ ਵਾਲਾ ਅਤੇ ਨਾ ਕਦੇ ਵੀ ਦੁੱਖਾਂ ਵਿੱਚ ਤਬਦੀਲ ਹੋਣ ਵਾਲਾ। ਸੰਸਾਰ ਦੇ ਚਿੰਤਾ ਝੋਰਿਆਂ ਦੇ ਕਰਕੇ ਕਦੇ ਵੀ ਸਾਧ ਸੰਗਤ ਜੀ ਜੀਵ ਦੇ ਹਿਰਦੇ ਦਾ ਆਨੰਦ ਘਟਦਾ ਨਹੀਂ ਹੈ, ਖਤਮ ਨਹੀਂ ਹੁੰਦਾ। ਇਹ ਵਿਦਵਾਨ ਪੁਰਖਾਂ ਨੇ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਕਥਨ ਕੀਤਾ ਹੈ, ਜਿਹੜਾ ਬ੍ਰਹਮਾਨੰਦ ਹੈ। ਕਿਉਂਕਿ ਜਿਹੜਾ ਸਾਧ ਸੰਗਤ ਜੀ ਮਨੁੱਖ ਕੋਈ ਸਮਾਂ ਜਪ ਤਪ ਕਰਦਾ, ਕੁਝ ਅਭਿਆਸ ਕਰਦਾ ਹੈ ਨਾ, ਉਹ ਨਦੀ ਦੇ ਪਾਣੀ ਦੀ ਤਰ੍ਹਾਂ ਮੰਨਿਆ ਜਾਂਦਾ ਹੈ। ਅਤੇ ਜਿਹੜਾ ਵਿਸ਼ਿਆਂ ਦਾ ਸੁੱਖ ਹੈ ਨਾ, ਇਹ ਕੇਵਲ ਕਟੋਰੇ ਦੇ ਪਾਣੀ ਦੀ ਤਰ੍ਹਾਂ ਮੰਨਿਆ ਜਾਂਦਾ ਹੈ। ਕਟੋਰੇ ਦਾ ਪਾਣੀ ਥੋੜ੍ਹਾ ਜਿਹਾ ਸਾਧ ਸੰਗਤ ਜੀ ਫੇਟ ਲੱਗ ਜਾਵੇ ਅਤੇ ਡਿੱਗ ਪੈਂਦਾ, ਪਾਣੀ ਸਾਰਾ ਡੁੱਲ ਜਾਂਦਾ, ਉਹਦਾ ਸੁੱਖ ਵੀ ਚਲਾ ਗਿਆ। ਫਿਰ ਜਿਹੜਾ ਭਜਨਾਨੰਦ ਹਰਦਾਸ ਹੈ, ਜਿਹੜਾ ਭਜਨ ਕਰਨਾ ਹੈ, ਉਹ ਨਦੀ ਦੇ ਪਾਣੀ ਦੀ ਤਰ੍ਹਾਂ, ਉਹਦੇ ਪ੍ਰਵਾਹ ਦੀ ਤਰ੍ਹਾਂ ਗਿਣਿਆ ਜਾਂਦਾ ਹੈ। ਜਿੰਨਾ ਸਮਾਂ ਨਦੀ ਵਿੱਚ ਪਾਣੀ ਆਉਂਦਾ ਰਹਿੰਦਾ, ਉਹਦਾ ਸੁੱਖ ਮਿਲਦਾ ਹੈ, ਆਨੰਦ ਮਿਲਦਾ ਹੈ, ਸੁੱਖ ਪ੍ਰਾਪਤ ਹੁੰਦਾ ਰਹਿੰਦਾ ਹੈ। ਪਰ ਜਦੋਂ ਨਦੀ ਵਿੱਚ ਪਾਣੀ ਆਉਣਾ ਬੰਦ ਹੋ ਜਾਂਦਾ ਸਾਧ ਸੰਗਤ ਜੀ, ਉਹ ਫਿਰ ਜਿਹੜਾ ਸੁੱਖ ਹੁੰਦਾ ਨਾ ਖਤਮ ਹੋ ਜਾਂਦਾ ਹੈ, ਖੁਸ਼ਹਾਲਤਾ ਮਿਟ ਜਾਂਦੀ ਹੈ। ਪਰ ਜਿਹੜਾ ਬ੍ਰਹਮਾਨੰਦ ਹੈ ਨਾ, ਉਹ ਸਦੀਵੀ ਕਾਲ ਵਾਸਤੇ ਰਹਿਣ ਵਾਲਾ ਹੈ, ਕਦੇ ਦੁੱਖਾਂ ਵਿੱਚ ਨਹੀਂ ਤਬਦੀਲ ਹੁੰਦਾ। ਬ੍ਰਹਮਾਨੰਦ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਹੁੰਦਾ। ਸਮੁੰਦਰ ਦੇ ਪਾਣੀ ਵਿੱਚੋਂ ਕੋਈ ਚੂਲੀ, ਕੋਈ ਬਾਟਾ, ਕੋਈ ਭਰ ਲਵੇ ਜਿੰਨਾ ਮਰਜ਼ੀ, ਤਾਂ ਵੀ ਨਹੀਂ ਫਰਕ ਪੈਂਦਾ। ਵਿੱਚ ਪਾ ਦੇਵੇ ਤਾਂ ਵੀ ਨਹੀਂ ਫਰਕ ਪੈਂਦਾ, ਨਾ ਉਹ ਤੱਤਾ ਹੁੰਦਾ ਅਤੇ ਨਾ ਠੰਡਾ ਹੁੰਦਾ, ਇਕਸਾਰ ਰਹਿੰਦਾ ਹੈ। ਇਸ ਕਰਕੇ ਬ੍ਰਹਮਾਨੰਦ ਸਮੁੰਦਰ ਦੇ ਪਾਣੀ ਦੀ ਤਰ੍ਹਾਂ ਅਥਾਹ ਮੰਨਿਆ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ, ਐਸਾ ਪ੍ਰਸਾਦ ਜੋ ਸਦੀਵੀ ਕਾਲ ਵਾਸਤੇ ਆਨੰਦ ਸਰੂਪ ਹੈ, ਕਦੀ ਵੀ ਦੁੱਖਾਂ ਵਿੱਚ ਤਬਦੀਲ ਹੋਣ ਵਾਲਾ ਨਹੀਂ। ਗੁਰ ਪ੍ਰਸਾਦ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਰਾਗ ਗੌੜੀ ਪੂਰਬੀ ਛੰਤ ਮਹੱਲਾ ਪਹਿਲਾ। ਗੌੜੀ ਰਾਗ ਅੰਦਰ ਪੂਰਬੀ ਜਾਤੀ ਵਿੱਚ ਛੰਤਾਂ ਦੇ ਵਿੱਚ ਬਾਣੀ ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਛੰਦ ਸੰਤ ਸੰਗਤ ਜੀ, ਇਹ ਛੰਦ ਦੀ ਚਾਲ ਦਾ ਨਾਮ ਹੀ ਹੈ। ਛੰਤ ਜਿਹਦੇ ਵਿੱਚ ਰਾਗ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਦੇ ਸਹਿਤ ਹੋ ਕਰਕੇ ਹਿਰਦੇ ਅੰਦਰ ਪ੍ਰੇਮ ਪ੍ਰਗਟ ਕਰਨ ਵਾਲਾ ਮਹਾਰਾਜ ਸਾਹਿਬ ਨੇ ਰਾਗ ਔਰ ਨਾਦ ਨੂੰ ਜੋ ਇਕੱਤਰ ਕਰਕੇ ਸਤਿਗੁਰੂ ਜੀ ਨੇ ਬਾਣੀ ਨੂੰ ਉਚਾਰਨ ਕੀਤਾ। ਹਿਰਦੇ ਅੰਦਰ ਸੁਭਾਵਿਕ ਹੀ ਜੀਵ ਦੇ ਵੈਰਾਗ ਪੈਦਾ ਹੋ ਜਾਣ ਵਾਲਾ ਹੈ। ਸੁਭਾਵਿਕ ਹੀ ਜੀਵ ਨੂੰ ਇਸ ਸੰਸਾਰ ਦੇ ਅੰਦਰ ਇਹ ਸੋਝੀ ਆ ਜਾਂਦੀ ਹੈ ਕਿ ਕਿਸ ਢੰਗ ਦੇ ਨਾਲ ਉਹ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਇਹ ਜਿਹੜੀ ਛੰਦ ਦੀ ਚਾਲ ਹੈ ਨਾ, ਇਸ ਨੂੰ ਸਿੰਘਾ ਬਲੋਕ ਦੀ ਛੰਦ ਵੀ ਕਿਹਾ ਜਾਂਦਾ ਹੈ। ਸਿੰਘਾ ਦਾ ਆਖਰੀ ਅਰਥ ਹੁੰਦਾ ਹੈ ਸ਼ੇਰ, ਤੇ ਬਲੋਕ ਦੀ ਕਹਿੰਦੇ ਨੇ ਵੇਖਣ ਨੂੰ। ਭਾਵ ਜਿਵੇਂ ਸ਼ੇਰ ਕਿਸੇ ਦੇ ਪਿੱਛੇ ਭੱਜਦਾ ਹੈ ਨਾ, ਸ਼ਿਕਾਰ ਕਰਨ ਦੇ ਵਾਸਤੇ ਬੜੀ ਤੇਜ਼ੀ ਦੇ ਨਾਲ ਭੱਜਦਾ ਹੈ, ਦੌੜਦਾ ਹੋਇਆ ਪਿੱਛੇ ਨੂੰ ਵੀ ਝਾਕ ਰੱਖਦਾ ਹੈ ਕਿ ਪਿੱਛੇ ਕੋਈ ਸ਼ਿਕਾਰੀ ਨਾ ਮੈਨੂੰ ਫੜ ਲਵੇ, ਕਿਤੇ ਕਿਸੇ ਦੇ ਜਾਲ ਦੇ ਵਿੱਚ ਨਾ ਫਸ ਜਾਵਾਂ। ਅੱਗੇ ਨੂੰ ਭੱਜਦਾ ਹੋਇਆ ਪਿੱਛੇ ਵੀ ਝਾਕ ਰੱਖਦਾ, ਧਿਆਨ ਪਿੱਛੇ ਵੀ ਰੱਖਦਾ, ਪਿੱਛੇ ਨੂੰ ਵੀ ਦੇਖਦਾ ਹੈ। ਉਹਨੂੰ ਸਿੰਘਾ ਬਲੋਕਣੀ ਕਿਹਾ ਜਾਂਦਾ ਹੈ। ਸਿੰਘਾ ਸ਼ੇਰ ਤੇ ਬਲੋਕਣੀ ਕਹਿੰਦੇ ਨੇ ਵੇਖਣੇ ਨੂੰ, ਨੇਤਰਾਂ ਦੇ ਨਾਲ, ਸ਼ਕਤੀ ਦੇ ਨਾਲ ਦੇਖਣੇ ਨੂੰ। ਇਉਂ ਜਿਵੇਂ ਜਿਵੇਂ ਅੱਗੇ ਛੰਦ ਦੀ ਚਾਲ ਚੱਲ ਰਹੀ ਹੈ ਨਾ ਗੁਰਬਾਣੀ ਦੀ, ਉਹਦਾ ਪਿਛਲੀਆਂ ਪੰਕਤੀਆਂ ਦੇ ਵਿੱਚ ਧਿਆਨ ਰੱਖਣਾ।
ਭਾਵ ਉਹਨਾਂ ਨੂੰ ਮੇਲ ਕਰਕੇ ਨਾਲ ਚੱਲਣਾ, ਇਹਨੂੰ ਸਿੰਘਾ ਬਲੋਕਣੀ ਛੰਦ ਕਿਹਾ ਜਾਂਦਾ ਹੈ। ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਰਾਮ ਥੰਮਣ ਜੀ ਦੇ ਬੇਨਤੀ ਕਰਨੇ ਤੇ ਮਹਾਰਾਜ ਇਹ ਸ਼ਬਦ ਦੀ ਆਰੰਭਤਾ ਕਰਦੇ ਆ। ਪਹਿਲਾਂ ਨਿਰਦੇਸ਼ਕ ਮੰਗਲ ਕੀਤਾ, ਹੁਣ ਮਹਾਰਾਜ ਆਰੰਭ ਕਰ ਰਹੇ ਹਨ। ਮੁੰਦ ਰੈਣ ਤੁਹੇ ਲੜੀਆ ਜੀਓ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਕਹਿੰਦੇ ਹਨ ਕਿ ਮੁੰਦ ਜਿਸ ਨੂੰ ਸਾਧ ਸੰਗਤ ਜੀ ਮੁਟਿਆਰ, ਜਿਸ ਨੂੰ ਅਖਰੀ ਅਰਥਾਂ ਦੇ ਵਿੱਚ ਜੋ ਜਵਾਨ ਇਸਤਰੀ ਹੈ, ਜਵਾਨ ਅੱਲੜ ਹੈ, ਮੁਟਿਆਰ ਜਿਸ ਨੂੰ ਅਖਰੀ ਅਰਥਾਂ ਵਿੱਚ ਕਹਿ ਦਿੱਤਾ ਜਾਂਦਾ ਹੈ, ਭਾਵ ਅੰਤਰੀਵ ਅਰਥਾਂ ਦੇ ਵਿੱਚ ਪਾਏ ਵੇ ਕਿ ਜਿਸ ਦੇ ਹਿਰਦੇ ਅੰਦਰ ਪਰਮਾਤਮਾ ਦੇ ਨਾਲ ਮਿਲਣੇ ਦੀ ਆਸਾ ਜਾਗੀ ਹੈ, ਸ਼ੌਕ ਅਵਸਥਾ ਕਿ ਪਤੀ ਪਰਮੇਸ਼ਰ ਦੀ ਮੈਨੇ ਪ੍ਰਾਪਤੀ ਕਰਨੀ ਹੈ। ਐਸੀ ਜੋ ਮੁੰਦ, ਜੋ ਜਵਾਨ ਅੱਲੜ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਨੇ ਵਾਲੀ ਜੋ ਜੀਵ ਰੂਪ ਸਖੀ ਹੈ, ਮੁੰਦ ਨਵੇਲੜੀਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁੰਦ ਰਹਿਣ ਦੁਹੇਲੜੀਆ ਜੀਓ। ਜਿਸ ਨੇ ਭਾਵੇਂ ਵੇਦ ਸ਼ਾਸਤਰ ਪੜ੍ਹਨਾ ਕੀਤੇ ਹੈ, ਪਰ ਤੱਕ ਭਾਵੇਂ ਸਾਧ ਸੰਗਤ ਜੀ ਜਿਵੇਂ ਮਨ ਦੇ ਵਿੱਚ ਇੱਛਾ ਤੇ ਹੋਵੇ ਕਿ ਮੈਂ ਪਤੀ ਦੀ ਪ੍ਰਸੰਨਤਾ ਪ੍ਰਾਪਤ ਕਰਨੀ ਹੈ, ਪਤੀ ਦੀ ਖੁਸ਼ੀ ਨੂੰ ਪ੍ਰਾਪਤ ਕਰਨਾ ਹੈ, ਪਰ ਢੰਗ ਨਾ ਪਤਾ ਹੋਵੇ, ਸਮਝ ਨਾ ਹੋਵੇ ਕਿ ਕਿਸ ਢੰਗ ਦੇ ਨਾਲ ਮੈਂ ਪਤੀ ਦੀ ਪ੍ਰਸੰਨਤਾ ਨੂੰ ਪਾ ਸਕਦੀ ਹਾਂ, ਉਸ ਨੂੰ ਮੁੰਦ ਮੁਟਿਆਰ ਕਿਹਾ ਜਾਂਦਾ, ਉਹਨੂੰ ਮੁੰਦ ਇਸਤਰੀ ਆਖਿਆ ਜਾਂਦਾ ਹੈ। ਇਉਂ ਮਹਾਰਾਜ ਕਹਿੰਦੇ ਜਿਹੜੀ ਜੀਵ ਰੂਪ ਸਖੀ ਹੈ ਨਾ, ਜਿਸ ਨੇ ਭਾਵੇਂ ਵੇਦਾਂ ਨੂੰ, ਸ਼ਾਸਤਰਾਂ ਨੂੰ, ਗ੍ਰੰਥਾਂ ਨੂੰ ਤਾਂ ਪੜ੍ਹ ਲਿਆ, ਪਰ ਉਹਨਾਂ ਦੇ ਅੰਦਰ ਦਾ ਗਿਆਨ ਨਹੀਂ ਜਾਣਨਾ ਕੀਤਾ, ਸਮਝ ਨਹੀਂ ਪਾਈ, ਉਹ ਵਿਚਲਾ ਗਿਆਨ ਜਾਣਿਆ ਹੀ ਨਹੀਂ ਹੈ ਕਿ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆ, ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾ ਸਭ ਕੁਝ ਝੂਠਾ ਹੈ। ਸਿਮਰਤੀਆਂ ਵੇਦ ਸ਼ਾਸਤਰ ਪੁਰਾਣ ਆਦਿਕ ਸਭ ਆਪ ਮੁਹਾਰੇ ਹੋ ਕਰਕੇ ਬੋਲ ਬੋਲ ਕਰਕੇ ਦੱਸਦੇ ਹੈ। ਐਸਾ ਜੇ ਉਹਨਾਂ ਗ੍ਰੰਥਾਂ ਦੇ ਵਿਚਲਾ ਗਿਆਨ ਹੈ ਨਾ, ਉਹ ਨਹੀਂ ਸਮਝਣਾ ਕੀਤਾ। ਸ਼ੌਕ ਅਵਸਥਾ ਤਾਂ ਜਾਗੀ ਹੈ ਪਰਮਾਤਮਾ ਦੇ ਨਾਲ ਮਿਲਣੇ ਦੀ ਕਿ ਮੈਂ ਪਤੀ ਪਰਮੇਸ਼ਰ ਦੀ ਪ੍ਰਸੰਨਤਾ ਨੂੰ ਪਾ ਲਵਾਂ। ਮਹਾਰਾਜ ਕਹਿੰਦੇ ਮੁੰਦ ਰੈਣ ਦੁਹੇਲੜੀਆ। ਰੈਣ ਕਹਿੰਦੇ ਨੇ ਰਾਤਰੀ ਨੂੰ। ਜਿਵੇਂ ਪ੍ਰਤੱਖ ਵੀ ਸਾਧ ਸੰਗਤ ਜੀ ਪਤੀ ਦੀ ਪ੍ਰਾਪਤੀ ਨਾ ਹੋਵੇ, ਮਨ ਦੇ ਵਿੱਚ ਸ਼ੌਕ ਹੋਵੇ, ਇੱਛਾ ਹੋਵੇ, ਪਰ ਪ੍ਰਸੰਨਤਾ ਨਾ ਮਿਲਣਾ ਕਰੇ, ਤੇ ਜਿਹੜੀ ਰਾਤ ਭਾਰੇ ਹਨ ਉਹ ਵੀ ਸਾਧ ਸੰਗਤ ਜੀ ਪਤਾ ਨਹੀਂ ਕਿੰਨਾ ਕੁ ਸਮਾਂ ਯੁੱਗਾਂ ਦੇ ਵਾਂਗ ਬਤੀਤ ਹੋਣਾ ਕਰਦੀ ਹੈ। ਉਹ ਅੱਲੜ ਜੋ ਮੁੰਦ ਜਿਹੜੀ ਇਸਤਰੀ ਹੁੰਦੀ ਹੈ ਕਿ ਮੈਨੂੰ ਪਤੀ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਹੋਣਾ ਕੀਤੀ। ਇਸੇ ਪ੍ਰਕਾਰ ਜੀਵ ਰੂਪ ਸਾਖੀ ਦੀ ਜਿਹੜੀ ਅਵਸਥਾ ਰੂਪ ਰਹਿਣ ਹੈ ਨਾ, ਦੁਹੇਲੜੀ ਹੈ, ਬੜੀ ਕਠਿਨ ਹੈ। ਪਰਮੇਸ਼ਰ ਦੀ ਪ੍ਰਾਪਤੀ ਨਾ ਹੋਣੇ ਕਰਕੇ ਕਿ ਕਿਸ ਢੰਗ ਦੇ ਨਾਲ ਮੈਂ ਵਾਹਿਗੁਰੂ ਨੂੰ ਪਾਵਣਾ ਹੈ, ਕਿਹੜੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰਨਾ, ਕਿਹੜਾ ਮੈਂ ਸ਼ਿੰਗਾਰ ਧਾਰਨ ਕਰਨਾ ਜ਼ਿੰਦਗੀ ਦੇ ਵਿੱਚ, ਜਿਸ ਦੁਆਰਾ ਮੈਨੂੰ ਪਿਆਰਾ ਪਰਮਾਤਮਾ ਪ੍ਰਸੰਨ ਹੋ ਕਰਕੇ ਆਪ ਆ ਕਰਕੇ ਮਿਲਣਾ ਕਰੇ, ਕਿ ਸ਼ਰਧਾ ਰੂਪ ਸੇਜ ਵਿਛਾ ਕਰਕੇ ਪਿਆਰ ਦੇ ਨਾਲ ਸ਼ੁਭ ਗੁਣਾਂ ਨੂੰ ਗਹਿਣਿਆਂ ਦੇ ਨਾਲ ਆਪਣੇ ਹਿਰਦੇ ਨੂੰ ਸ਼ਿੰਗਾਰਨਾ ਕਰਨਾ। ਇਹਨਾਂ ਵੱਲੋਂ ਇਹ ਜੀਵ ਰੂਪ ਸਖੀ ਅਗਿਆਤ ਹੈ, ਬੇਸਮਝ ਹੈ, ਝੱਲੀ ਹੈ, ਪਤਾ ਨਹੀਂ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮੁੰਦ ਰਹਿਣ ਦੁਹੇਲੜੀਆ। ਇਹ ਜੀਵ ਰੂਪ ਸਾਖੀ ਦੀ ਜਿਹੜੀ ਅਵਸਥਾ ਰੂਪ ਰਹਿਣ ਨਾ, ਬੜੀ ਦੁਹੇਲੜੀ ਆ, ਦੁੱਖਾਂ ਦੇ ਵਿੱਚ ਬਤੀਤ ਹੋ ਰਹੀ ਆ। ਨੀਂਦ ਨਾ ਆਵੇ। ਪ੍ਰਤੱਖ ਵੀ ਮਹਾਰਾਜ ਕਹਿੰਦੇ ਉਸ ਇਸਤਰੀ ਨੂੰ, ਨੌਜਵਾਨ ਅੱਲੜ ਨੂੰ, ਮੁੰਦ ਨੂੰ ਕਦੇ ਵੀ ਨੀਂਦਰਾ ਨਹੀਂ ਆਵਣਾ ਕਰਦੀ ਪਤੀ ਦੀ ਪ੍ਰਾਪਤੀ ਤੋਂ ਬਿਨਾਂ, ਕਿ ਮੇਰਾ ਪਤੀ ਹੈ ਉਹਦੀ ਪ੍ਰਸੰਨਤਾ ਨਹੀਂ ਮੈਨੂੰ ਪ੍ਰਾਪਤ ਹੋ ਸਕੀ, ਨੀਂਦਰ ਨਹੀਂ ਆਵਣਾ ਕਰਦੀ। ਇਹ ਮਹਾਰਾਜ ਕਹਿੰਦੇ ਹਨ ਜੋ ਜੀਵ ਰੂਪ ਸਖੀ ਹੈ ਨਾ, ਜਿਸ ਨੂੰ ਪਿਆਰੇ ਪਰਮੇਸ਼ਰ ਦੇ ਨਾਲ ਮਿਲਣੇ ਦੀ ਮਨ ਵਿੱਚ ਤਾਂਘ ਹੈ, ਜਦੋਂ ਤੱਕ ਨਿਰਵਿਕਲਪ ਸਮਾਧੀ ਰੂਪ ਨੀਂਦਰਾ ਨਹੀਂ ਆਵਣਾ ਕਰਦੀ, ਉਦੋਂ ਤੱਕ ਕਦੇ ਉਹਨੂੰ ਆਰਾਮ ਨਹੀਂ ਮਿਲਦਾ, ਨੀਂਦ ਨਾ ਆਵੇ। ਜੋ ਸੰਸਾਰ ਦੇ ਅੰਦਰ ਜ਼ਿੰਦਗੀ ਪ੍ਰਾਪਤ ਹੋਈ ਹੈ ਨਾ, ਅਵਸਥਾ ਰੂਪੀ ਰਹਿਣ ਇਸੇ ਤਰ੍ਹਾਂ ਦੁੱਖਾਂ ਵਿੱਚ ਹੀ ਬਤੀਤ ਹੁੰਦੀ ਹੈ। ਪਤੀ ਨੂੰ ਯਾਦ ਕਰ ਕਰਕੇ, ਪਰਮੇਸ਼ਰ ਨੂੰ ਯਾਦ ਕਰ ਕਰਕੇ ਮਨ ਦੇ ਵਿੱਚ ਇੱਛਾ ਤਾਂ ਹੈ, ਪਰ ਇਹ ਸਮਝ ਨਹੀਂ ਹੈ, ਇੰਨੀ ਸੋਝੀ ਨਹੀਂ, ਇੰਨੀ ਗਿਆਤ ਨਹੀਂ ਕਿ ਕਿਵੇਂ ਪ੍ਰਾਪਤ ਕਰਨਾ ਹੈ, ਕਿਸ ਢੰਗ ਦੇ ਨਾਲ ਮੈਂ ਉਹਦੇ ਤੱਕ ਪਹੁੰਚਣਾ ਹੈ। ਇਹਦੇ ਬਾਬਤ ਰਤਾ ਜਿੰਨਾ ਵੀ ਇਹ ਜੀਵ ਰੂਪ ਸਖੀ ਨੂੰ ਗਿਆਨ ਨਹੀਂ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਹਨ ਨੀਂਦ ਨਾ ਆਵੇ। ਕਹਿੰਦੇ ਹਨ ਕਿ ਸ਼ਾਂਤੀ ਰੂਪ ਨੀਂਦ ਵੀ ਇਹ ਜੀਵ ਰੂਪ ਸਖੀ ਨੂੰ ਨਹੀਂ ਆ ਰਹੀ। ਸ਼ਾਂਤੀ ਤਾਂ ਹੀ ਆਵੇ ਨਾ ਜੇ ਪਿਆਰੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਵਿਰਾਗ ਦੇ ਵੇਗ ਵਿੱਚ ਆ ਕਰਕੇ ਮਨ ਤੜਫਦਾ ਹੀ ਰਹਿੰਦਾ ਹੈ। ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ
ਪਰਮਾਤਮਾ ਦੇ ਵਿਛੋੜੇ ਕਰਕੇ ਮਨ ਤੜਪਦਾ ਰਹਿੰਦਾ ਹੈ, ਬਾਰ-ਬਾਰ ਕ੍ਰਿਜਦਾ ਰਹਿੰਦਾ ਹੈ, ਬਾਰ-ਬਾਰ ਦੁਖੀ ਹੁੰਦਾ ਰਹਿੰਦਾ ਹੈ। ਸ਼ਾਂਤੀ ਰੂਪ ਨੀਂਦਰਾ ਤਾਂ ਹੀ ਆਵੇ ਜੇ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇ। ਇਸ ਕਰਕੇ ਮਹਾਰਾਜ ਜੀ ਨੇ ਉਚਾਰਨ ਕੀਤਾ, ਮੁੰਦ ਰਹਿਣ ਦੁਹੇਲੜੀਆ ਜੀਓ ਨੀਂਦ ਨਾ ਆਵੇ। ਇਹ ਜੀਵ ਰੂਪ ਸਖੀ ਦੀ ਅਵਸਥਾ ਰੂਪ ਰਹਿਣ ਦੁੱਖਾਂ ਵਿੱਚ ਬਤੀਤ ਹੋ ਰਹੀ ਹੈ ਔਰ ਪਰਮੇਸ਼ਰ ਦੀ ਪ੍ਰਾਪਤੀ ਰੂਪ ਨੀਂਦਰਾ ਵੀ ਨਹੀਂ ਆ ਰਹੀ, ਸ਼ਾਂਤੀ ਰੂਪ ਨੀਂਦ ਵੀ ਨਹੀਂ ਆ ਰਹੀ, अथवा विकल्प अंतर्मुखी बिरती करने दी निंद्रा नहीं आई। महाराज कहते हैं कि प्रतक भी धन जिहड़ी स्त्री है ना दुबलिया भाव बड़ी कमज़ोर होंदी जा रही है, बहुत कमज़ोर हो जाना कीता है। फिर अपने पति नूं चेते कर करके हावे हौके लै लै करके रो रो करके हौकियां दे नाल रो रो करके अपने पति नूं चेते कर करके जो दुबलिया कमज़ोर हो जाना कीती है। इहो ही महाराज अंतरीव भाव विच कहंदे हन, जो जीव रूप सखी है ना पति परमेश्वर नूं चेते कर करके हौके लै लै करके बड़े प्यार दे नाल मुख तो वाहिगुरू 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 सतनाम वाहिगुरू उचारण कर करके परमात्मा दे गुणां नूं चेते कर करके जीव रूप सखी कमज़ोर होंदी जा रही है कि मैनू प्यारे परमात्मा की प्राप्ति नहीं हो रही। सा धन दुबलिया जीओ। इउं महाराज कहते हैं जिहड़ी आभास बिरती है ना जीव रूप सखी दी, ये परमात्मा दे नाल सत चेतन साखी चेतन परमात्मा के स्वरूप विच ना मिलने करके कमज़ोर होंदी जा रही है। परमात्मा की प्राप्ति ना होने करके इस प्रकार संसार के साधना रूपी कर्म कांडा रूपी हौके लै लै करके जीव की आभास बिरती भी जिहड़ी है ये घटती जा रही है, बल इसका घटता जा रहा है। महाराज साहब जी इस पंक्ति के अंदर जो सिंगा बलोकनी साध संगत जी शन की चाल बना करके उच्चारण कर रहे हैं, धन थी दुबल कंत हावै। कहते हैं कि जिसने कंतपति परमात्मा की जार दे विच हौके लै लै करके रोना कीता है, नेत्रां विचों वैराग का वेग जल तुरिया है और प्यारे परमेश्वर नूं याद करना कीता है, धन थी दुबल। फिर पिछली पंक्ति नूं दोबारा दोहरा करके महाराज साहब जी कहते हो जीव रूप जिहड़ी सखी है ना उसने दुबली हो जाना कीता है, कमज़ोर हो गई है। इस प्रकार आभास बिरती रूप जिहड़ी जीव रूप सखी वो दुबल हो गई है। हे महात्मा रूप सखी किस ढंग दे नाल इन्हां नेत्रां दे नाल मैं पति नूं देखना करा, किहड़ी वो ढंग है, किहड़ी वो युक्ति है, किहड़ा मैं यतन करा, किहड़ा हीला करा जिस करके प्यारा परमात्मा मेरा पति इन्हां नेत्रां दे नाल मैनूं देख सके। इस प्रकार जो साध संगत जी महात्मा रूप सखी उत्तम सखी दे कोल बेनती कर रही है, ये महाराज किवें अकाल पुरख परमेश्वर नूं इन्हां नेत्रां दे नाल देखना करा। और इस प्रकार जो उत्तम महात्मा रूप सखी है ना वो फिर जवाब देंदी है। सतगुरु जी आप ही उच्चारण कर रहे हैं, पर पहला मैं बेनती की सी कि उत्तम मध्यम और कनिष्ठ ये तिना जीव रूप सखियां महात्मा और मध्यम सखियां ते कनिष्ठ सखियां का रूपक अलंकार बना के सतगुरु जी ने उपदेश दिता है। फिर हुण महात्मा रूप सखी ने उच्चारण करके कहा, कहन लगे सिगार मिठ रस भोग भोजन, कि जिहड़े तन के उपर श्रृंगार करने है ना, तरह तरह के श्रृंगार धारण करने, मिठे पदार्थ आदि छकने, रसदायक पदार्थां नूं जुबान दे नाल छकना, तो फिर भोग आदि जिहड़ा जितने भी देवी देवते हैं मठ हैं तिन्हां दे अगे प्रसाद रख रख करके भोग लवावना। फिर तरह तरह के 36 प्रकार के भोजन छकने जिहो जिहे मन नूं चंगे लगते हैं। इस प्रकार तरह तरह के महाराज कहते रसदायक भोजनों नूं भावें छकना करे। परमेश्वर की प्राप्ति तो बिना सब कुछ झूठे हैं, सारे दे सारे झूठे है, श्रृंगार भी किए हुए झूठे हैं। जे हृदय अंदर सच्चा प्यार नहीं है, विखावे के श्रृंगार किए हुए हो तो फिर झूठे ही है ना। जिवें प्रतख भी कोई औरत अपने तन के उपर श्रृंगार धारण कर लवे, बहुत महंगे मुल वाले कपड़े भी धारण कर लवे,
ਸਵਾਦਿਸ਼ਟ ਪਦਾਰਥਾਂ ਨੂੰ, ਰਸਦਾਇਕ ਪਦਾਰਥ ਵੀ ਛਕਣਾ ਕਰੇ, ਪਰ ਪਤੀ ਦੀ ਪ੍ਰਾਪਤੀ ਤੋਂ ਬਿਨਾਂ ਤਾਂ ਸਭ ਕੁਝ ਝੂਠਾ ਹੀ ਹੈ ਨਾ। ਹਿਰਦੇ ਅੰਦਰ ਛਲ ਧਾਰਨ ਕੀਤਾ ਹੋਵੇ, ਉਹ ਪਤੀ ਦੀ ਪ੍ਰਸੰਨਤਾ ਨੂੰ ਨਹੀਂ ਕਦੇ ਵੀ ਪਾ ਸਕਦੀ। ਇਹ ਮਹਾਰਾਜ ਕਹਿੰਦੇ ਸੱਚਾ ਪਿਆਰ, ਹਿਰਦੇ ਅੰਦਰ ਸੱਚਾ ਵਾਹਿਗੁਰੂ ਦਾ ਪ੍ਰੇਮ ਨਾ ਹੋਣੇ ਕਰਕੇ, ਛਲ ਹੋਣੇ ਕਰਕੇ, ਮਹਾਰਾਜ ਕਹਿੰਦੇ ਸਭ ਸੰਸਾਰ ਦੇ ਕੀਤੇ ਹੋਏ ਸਾਧਨ ਝੂਠੇ ਹੈ। ਕਿਤੇ ਨਾ ਲੇਖੇ, ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਹਨ। ਮੈਂ ਮਤ ਜੋਵਨ ਗਰਭ ਗਾਲੀ। ਇਹ ਮਹਾਰਾਜ ਜਿਹੜੀ ਮੇਰੀ ਮਤ ਹੈ ਨਾ, ਇਹ ਗਰਭ ਹੰਕਾਰ ਦੇ ਵਿੱਚ ਹੀ ਮਹਾਰਾਜ ਗਲਦੀ ਜਾ ਰਹੀ ਹੈ। ਮੈਂ ਮਤ ਜੋਬਨ, ਜੋਬਨ ਜਿਹੜੀ ਜਵਾਨੀ ਅਵਸਥਾ ਦੀ ਪ੍ਰਾਪਤੀ ਹੋਈ ਹੈ, ਹੰਕਾਰ ਦੇ ਨਸ਼ੇ ਵਿੱਚ ਹੀ ਗਲਦੀ ਜਾ ਰਹੀ ਹੈ। ਇਹ ਮਹਾਰਾਜ, ਇਹ ਅਕਾਲ ਪੁਰਖ ਜੀ, ਮੈਂ ਮਤ ਗਰਭ, ਜਿਹੜਾ ਮੇਰੇ ਮਨ ਦੇ ਵਿੱਚ ਹੰਕਾਰ ਹੈ ਨਾ ਕਿ ਮੇਰੀ ਚੜ੍ਹਦੀ ਜਵਾਨੀ, ਮੇਰੇ ਵਰਗਾ ਜਵਾਨ ਕੌਣ ਹੈ, ਮੇਰੇ ਵਰਗਾ ਜਵਾਨੀ ਦਾ ਬਲਵਾਨ ਹੋਰ ਕੌਣ ਹੈ ਸੰਸਾਰ ਦੇ ਅੰਦਰ, ਐਸਾ ਇਹ ਹੰਕਾਰ ਦੇ ਵਿੱਚ ਹੀ ਮੇਰੀ ਜਵਾਨੀ ਮਤ ਮਸਤ ਹੋਈ ਗਲਦੀ ਜਾ ਰਹੀ ਹੈ। ਦੁੱਧਾ ਥੜੀ ਨਾ ਆਵੇ। ਜਿਸ ਪ੍ਰਕਾਰ ਥਣਾਂ ਦੇ ਵਿੱਚੋਂ ਨਿਕਲਿਆ ਹੋਇਆ ਦੁੱਧ ਛਿਦਰਾਂ ਦੇ ਰਾਹੀਂ ਫਿਰ ਦੁਬਾਰਾ ਵਾਪਸ ਨਹੀਂ ਅੰਦਰ ਜਾ ਸਕਦਾ। ਮਹਾਰਾਜ ਮੇਰੇ ਸਰੀਰ ਦੇ ਵਿੱਚ ਜਿਹੜੇ ਸਵਾਸ ਹੈ ਨਾ, ਦੁੱਧ ਤੇਰਾ ਬੜਾ ਹੀ ਅਮੋਲਕ ਹਨ। ਮਹਾਰਾਜ ਇਹ ਨਿਕਲਦੇ ਜਾ ਰਹੇ ਹੈ, ਦੁਬਾਰਾ ਫਿਰ ਵਾਪਸ ਨਹੀਂ ਆ ਰਹੇ, ਦੁਬਾਰਾ ਉਹਨਾਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ। ਜਿਹੜਾ ਇੱਕ ਵਾਰ ਸਵਾਸ ਵਿਅਰਥ ਚਲਾ ਗਿਆ ਹੈ, ਉਹਨੂੰ ਫਿਰ ਸਫਲਾ ਥੋੜ੍ਹਾ ਕੀਤਾ ਜਾ ਸਕਦਾ। ਸਫਲ ਤੇ ਉਹੋ ਹੀ ਸਵਾਸ ਹੈ ਨਾ, ਜੇ ਸਵਾਸ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਜਾਵੇ, ਵਾਹਿਗੁਰੂ ਦਾ ਸਿਮਰਨ ਕੀਤਾ ਜਾਵੇ, ਪਰਮਾਤਮਾ ਦੀ ਯਾਦ ਵਿੱਚ ਜੁੜਿਆ ਜਾਵੇ, ਉਹ ਹੀ ਸਵਾਸ ਸਫਲਾ ਗਿਣਿਆ ਜਾਂਦਾ ਹੈ। ਮਹਾਰਾਜ ਦੁੱਧਾ ਥਣੀ ਨਾ ਆਵੇ, ਇਉਂ ਸਾਡੇ ਸਰੀਰ ਦੇ ਅੰਦਰ ਦੁੱਧ ਦੀ ਤਰ੍ਹਾਂ ਫਿਰ ਸਵਾਸ ਦੁਬਾਰਾ ਨਹੀਂ ਵਾਪਸ ਆ ਸਕਦੇ ਜੇਕਰ ਇੱਕ ਵਾਰੀ ਚਲੇ ਗਏ ਹਨ। ਫਿਰ ਇਹੀ ਪੰਕਤੀ ਪੜੋ ਜੀ। ਮਤ ਮੈਂ ਜੋਵਨ ਗਰਭ ਗਾਲੀ। ਸਤਿਗੁਰੂ ਜੀ ਅੰਤਰੀਵ ਭਾਵ ਦੇ ਵਿੱਚ ਸਮਝਾ ਰਹੇ ਹਨ ਕਿ ਮੈਂ ਸਾਧ ਸੰਗਤ ਜੀ ਫਾਰਸੀ ਭਾਸ਼ਾ ਦਾ ਸ਼ਬਦ ਹੈ। ਫਾਰਸੀ ਦੇ ਵਿੱਚ ਮੈਂ ਨੂੰ ਸ਼ਰਾਬ ਨੂੰ ਕਿਹਾ ਜਾਂਦਾ ਹੈ, ਸ਼ਰਾਬ ਨੂੰ ਮੈਂ ਆਖਿਆ ਜਾਂਦਾ ਫਾਰਸੀ ਭਾਸ਼ਾ ਦੇ ਵਿੱਚ। ਔਰ ਕਹਿੰਦੇ ਹਨ, ਇਹ ਮਹਾਰਾਜ ਮੈਂ ਮਤ ਜੋਬਨ ਗਰਭ ਗਾਲੀ। हे ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀਓ, ਜੋ ਸੰਸਾਰ ਦੇ ਅੰਦਰ ਹੰਕਾਰ ਰੂਪੀ ਸ਼ਰਾਬ ਦੀ ਨਸ਼ੇ ਨੂੰ ਮਹਾਰਾਜ ਮੈਂ ਕਰਨਾ ਕੀਤਾ, ਮੇਰੀ ਮਤ ਜਿਹੜੀ ਮਸਤ ਹੋ ਗਈ ਹੈ ਹੰਕਾਰ ਦਾ ਸ਼ਰਾਬ ਦਾ ਨਸ਼ਾ ਕਰਕੇ। ਜਿਹੜੇ ਸ਼ੌਂਕ ਅਵਸਥਾ ਰੂਪ ਜਵਾਨੀ ਦੀ ਅਵਸਥਾ ਹੈ ਨਾ, ਜਿਹੜਾ ਪਰਮਾਤਮਾ ਦੇ ਨਾਲ ਮਿਲਣੇ ਦਾ ਸ਼ੌਂਕ ਜਾਗਣਾ, ਇਹੋ ਹੀ ਜਗਿਆਸੂਆਂ ਦੀ ਸ਼ੌਂਕ ਅਵਸਥਾ ਜਵਾਨੀ ਦੀ ਅਵਸਥਾ ਹੈ। ਇਸੇ ਨੂੰ ਜੋਬਨ ਅਵਸਥਾ ਕਿਹਾ ਜਾਂਦਾ ਹੈ, ਜੋ ਪਰਮਾਤਮਾ ਦੇ ਨਾਲ ਮਿਲਣੇ ਦਾ ਮਨ ਦੇ ਵਿੱਚ ਸ਼ੌਂਕ ਪੈਦਾ ਹੋਣਾ ਹੈ, ਉਤਸ਼ਾਹ ਪੈਦਾ ਹੋਣਾ ਕਿ ਮੈਂ ਵੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰ ਲਵਾਂ। ਇਸੇ ਨੂੰ ਸਾਧ ਸੰਗਤ ਜੀ ਜੋਬਨ ਅਵਸਥਾ ਕਿਹਾ ਜਾਂਦਾ ਹੈ। ਤੇ ਮਹਾਰਾਜ ਹਜੂਰ ਕਹਿੰਦੇ ਹਨ, ਮੈਂ ਮਤ ਜੋਬਨ ਗਰਭ ਗਾਲੀ, ਗਲ ਜਾਣਾ ਕੀਤਾ ਹੈ। ਮਹਾਰਾਜ ਮੈਂ ਹੰਕਾਰ ਦੇ ਨਸ਼ੇ ਵਿੱਚ ਹੀ ਹਰ ਸਮੇਂ ਮਸਤ ਹੋ ਕਰਕੇ ਆਪਣੀ ਜਵਾਨੀ ਨੂੰ ਸ਼ੌਂਕ ਅਵਸਥਾ ਨੂੰ ਗਾਲ ਦੇਣਾ ਕੀਤਾ ਹੈ ਕਿ ਮੇਰੇ ਵਰਗਾ ਕੌਣ ਹੈ ਜੋ ਪਰਮਾਤਮਾ ਦੇ ਨਾਲ ਮਿਲਣ ਦੀ ਤਾਂਘ ਰੱਖਣ ਵਾਲਾ ਹੈ। ਹੋਰ ਕੋਈ ਨਹੀਂ ਸੰਸਾਰ ਦੇ ਅੰਦਰ ਐਸਾ ਜਗਿਆਸੂ, ਐਸੀ ਕੋਈ ਜੀਵ ਰੂਪ ਸਖੀ ਹੋਵੇ ਜੋ ਮੇਰੇ ਵਰਗੀ ਪਰਮਾਤਮਾ ਦੇ ਨਾਲ ਮਿਲਣ ਦੀ ਸ਼ੌਂਕ ਅਵਸਥਾ ਪ੍ਰਗਟ ਕਰ ਸਕਦੀ ਹੋਵੇ। ਹੋਰ ਕੋਈ ਨਹੀਂ ਹੈ ਐਸਾ ਮਨ ਦੇ ਵਿੱਚ ਜਿਹੜਾ ਗਰਭ ਹੰਕਾਰ ਕਰਨਾ ਹੈ। ਮਹਾਰਾਜ ਕਹਿੰਦੇ ਹੰਕਾਰ ਰੂਪੀ ਸ਼ਰਾਬ ਦੇ ਨਸ਼ੇ ਕਰਕੇ ਮਹਾਰਾਜ ਸ਼ੌਂਕ ਅਵਸਥਾ ਰੂਪ ਜਵਾਨੀ ਨੂੰ ਗਾਲ ਦਿਆ ਹੈ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਾਡੀ ਆਭਾਸ ਬਿਰਤੀ ਹੈ ਨਾ, ਸਾਖੀ ਚੇਤਨ ਪਰਮੇਸ਼ਰ ਦੇ ਨਾਲ ਨਾ ਮਿਲਣੇ ਕਰਕੇ, ਅਕਾਲ ਪੁਰਖ ਵਾਹਿਗੁਰੂ ਪਤੀ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਣੇ ਕਰਕੇ ਜੋ ਗਿਆਨ ਰੂਪੀ ਪੁੱਤਰ ਨਹੀਂ ਪੈਦਾ ਹੋ ਰਿਹਾ। ਔਰ ਇਸੇ ਪ੍ਰਕਾਰ ਦੁੱਧਾ ਥਣੀ ਨਾ ਆਵੇ। हे ਮਹਾਰਾਜ ਜਿਹੜੇ ਸਵਾਸ ਸਾਡੇ ਹਿਰਦੇ ਨਿਕਲਦੇ ਜਾ ਰਹੇ ਦੁਬਾਰਾ ਨਹੀਂ ਵਾਪਸ ਆਉਣ ਵਾਲੇ, ਦੁੱਧਾ ਥਣੀ ਨਾ ਆਵੇ। ਮਹਾਰਾਜ ਤਾਂ ਹੀ ਸਾਨੂੰ ਗਿਆਨ ਰੂਪੀ ਦੁੱਧ ਨਹੀਂ ਪ੍ਰਾਪਤ ਹੋ ਰਿਹਾ, ਗਿਆਨ ਰੂਪੀ ਪੁੱਤਰ ਦੀ ਮਹਾਰਾਜ ਤਾਂ ਹੀ ਸਾਨੂੰ ਪ੍ਰਾਪਤੀ ਨਹੀਂ ਹੋ ਰਹੀ। ਨਾਨਕ ਸਾਧਨ ਮਿਲੈ ਮਿਲਾਈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ ਕਿ ਜਿਸ ਜੀਵ ਰੂਪ ਸਖੀ ਨੂੰ, ਧਨ ਇਸਤਰੀ ਨੂੰ ਪਤੀ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਮੇਲਿਆ ਹੈ। ਬਿਨ ਫਿਰ ਨੀਂਦ ਨਾ ਆਵੇ।
ਉਸ ਨੂੰ ਫਿਰ ਪਤੀ ਪਰਮੇਸ਼ਰ ਤੋਂ ਬਿਨਾਂ ਕਦੇ ਨੀਂਦਰਾ ਨਹੀਂ ਆਵਣਾ ਕਰਦੀ। ਨਿਰਵਿਕਲਪ ਸਮਾਧੀ ਰੂਪ ਨੀਂਦਰਾ ਨਹੀਂ ਆਵਣਾ ਕਰਦੀ। ਥੋੜਾ ਜਿੰਨਾ ਵੀ ਜੇ ਪਿਆਰੇ ਦੀ ਯਾਦ ਭੁੱਲ ਜਾਵੇ ਤੇ ਮਹਾਰਾਜ ਕਹਿੰਦੇ ਉਹਨਾਂ ਦਾ ਮਰਨਾ ਹੁੰਦਾ, ਆਤਮਿਕ ਮੌਤ ਆਉਂਦੀ ਹੈ। ਇਉਂ ਪ੍ਰਤੀਤ ਹੁੰਦਾ ਕਿ ਸਾਡੀ ਮੌਤ ਹੋ ਰਹੀ ਹੈ, ਅਸੀਂ ਮਰਦੇ ਜਾ ਰਹੇ ਹਾਂ। ਜਿਨ੍ਹਾਂ ਨੂੰ ਪ੍ਰਮਾਤਮਾ ਤੋਂ ਵਿਛੋੜੇ ਦਾ ਹਿਰਦੇ ਅੰਦਰ ਦੁੱਖ ਹੈ, ਅਹਿਸਾਸ ਹੈ, ਜਿਨ੍ਹਾਂ ਨੂੰ ਪਤਾ ਹੀ ਨਹੀਂ ਅਗਿਆਤ ਸਾਖਤ ਜੀਵਾਂ ਨੂੰ, ਉਹ ਤਾਂ ਸੰਸਾਰ ਦੇ ਅੰਦਰ ਹੀ ਮੌਜਾਂ ਮਸਤੀਆਂ ਵਿੱਚ ਪਰਚੇ ਰਹਿੰਦੇ ਹਨ। ਪਰ ਜਿਨ੍ਹਾਂ ਨੂੰ ਜ਼ਿੰਦਗੀ ਦਾ ਅਹਿਸਾਸ ਹੈ ਕਿ ਵਾਹਿਗੁਰੂ ਤੋਂ ਪਤਾ ਨਹੀਂ ਕਿੰਨਾ ਕੁ ਸਮਾਂ ਹੋ ਗਿਆ ਵਿਛੜਿਆ ਹੋਇਆ, ਉਹ ਬਾਰ-ਬਾਰ ਬੇਨਤੀਆਂ ਕਰਦੇ ਹੈ। ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਆ, ਬਿਨ ਪਿਰ ਨੀਂਦ ਨਾ ਆਵੇ। ਉਹਨਾਂ ਨੂੰ ਸ਼ਾਂਤੀ ਰੂਪ ਸਮਾਧੀ ਰੂਪ ਨੀਂਦਰ ਵੀ ਨਹੀਂ ਆਵਣਾ ਕਰਦੀ, ਜੋ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਮਨ ਦੇ ਵਿੱਚ ਚਾਹਤ ਰੱਖਣ ਵਾਲੇ ਹਨ। ਮੁੰਦ ਨਿਮਾਨੜਿਆ ਜੀਓ। ਹਜੂਰ ਕਹਿੰਦੇ ਹਨ ਕਿ ਮੁੰਦ ਜਿਹੜੀ ਇਹ ਜਵਾਨ ਦੀ ਅਵਸਥਾ ਵਾਲੀ ਜੀਵ ਰੂਪ ਸਖੀ ਹੈ ਨਾ, ਇਸ ਨੇ ਬੜੀ ਨਿਮਾਨੜੀਆ ਨਿਮਾਣੀ ਹੋ ਕਰਕੇ, हे ਮਹਾਰਾਜ ਬੜੀ ਨਿਮਰਤਾਵਾਨ ਹੋ ਕਰਕੇ, ਬਿਨ ਧਨੀ ਪਿਆਰੇ। ਧਨੀ ਮਾਲਕ ਪਰਮੇਸ਼ਰ ਤੋਂ ਬਿਨਾ, ਪਤੀ ਦੀ ਪ੍ਰਾਪਤੀ ਤੋਂ ਬਿਨਾ ਬੜੀ ਨਿਮਰਤਾਵਾਨ ਹੋ ਕਰਕੇ ਬੇਨਤੀਆਂ ਕਰ ਰਹੀ ਹੈ। ਜੋ ਮੱਧਮ ਜੀਵ ਰੂਪ ਸਖੀ ਬੇਨਤੀਆਂ ਕਰਦੀ ਆ, ਕਿਉ ਸੁਖ ਪਾਵੇਗੀ। हे ਮਹਾਰਾਜ ਮੈਂ ਕਿਵੇਂ ਸੁਖ ਪਾਵਨਾ ਕਰਾਂਗੀ? ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾ ਮੈਨੂੰ ਆਤਮਿਕ ਸੁਖ ਭਲਾ ਕਿਵੇਂ ਪ੍ਰਾਪਤ ਹੋ ਸਕਦਾ ਹੈ? ਭਾਵ ਨਹੀਂ ਮਿਲ ਸਕਦਾ। ਬਿਨ ਉਰ ਧਾਰੇ। ਬਿਨਾ ਪਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ ਧਾਰਨ ਕੀਤਿਆਂ ਕਿਵੇਂ ਮੈਨੂੰ ਆਤਮਿਕ ਸੁਖ ਮਿਲ ਜਾਵੇਗਾ? ਨਹੀਂ ਮਿਲ ਸਕਦਾ। ਪਰਮਾਤਮਾ ਦੀ ਯਾਦ, ਪਤੀ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਾਂਗੇ ਤਾਂ ਹੀ ਮੈਨੂੰ ਆਤਮਿਕ ਸੁਖ ਪ੍ਰਾਪਤ ਹੋਵੇਗਾ। ਬਿਨ ਉਰ ਧਾਰੇ, ਮਹਾਰਾਜ ਵਾਹਿਗੁਰੂ ਦੇ ਸਰੂਪ ਨੂੰ ਹਿਰਦੇ ਵਿੱਚ ਧਾਰਨ ਕੀਤੇ ਤੋਂ ਬਿਨਾ ਕਦੇ ਪਰਮ ਸੁਖ ਨਹੀਂ ਪ੍ਰਾਪਤ ਹੋ ਸਕਦਾ। ਸਤਿਗੁਰੂ ਜੀ ਦਾ ਬਚਨ ਆਉਂਦਾ ਹੈ ਨਾ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਇਹ ਸੁਖ ਕਿਹੜਾ ਕਥਨ ਕੀਤਾ? ਜਿਹੜਾ ਜੋ ਅਕਾਲ ਪੁਰਖ ਵਾਹਿਗੁਰੂ ਦਾ ਸੁਖ ਕਦੇ ਵੀ ਦੁੱਖਾਂ ਵਿੱਚ ਤਬਦੀਲ ਨਹੀਂ ਹੁੰਦਾ। ਉਹ ਜੋ ਹਿਰਦੇ ਦਾ ਆਨੰਦ, ਹਿਰਦੇ ਦਾ ਰਹੱਸ ਹੈ, ਕਦੇ ਮਿਟਦਾ ਨਹੀਂ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਮਹਾਰਾਜ ਕਹਿੰਦੇ ਸਾਰੇ ਜਗਤ ਨੂੰ ਦੇਖਿਆ ਕੋਈ ਵੀ ਆਤਮਿਕ ਸੁਖ ਨਹੀਂ ਪ੍ਰਾਪਤ ਕਰ ਰਿਹਾ। ਕਿਸੇ ਨੂੰ ਪਰਮ ਸੁਖ ਪ੍ਰਾਪਤ ਹੋ ਹੀ ਨਹੀਂ ਰਿਹਾ। ਕੋਈ ਕਿਸੇ ਤਰ੍ਹਾਂ ਕਰਕੇ ਚਿੰਤਾ ਕਰਕੇ ਦੁਖੀ ਹੈ, ਸਰੀਰ ਦੇ ਦੁੱਖਾਂ ਕਰਕੇ ਦੁਖੀ ਹੈ, ਔਗਣਾ ਕਰਕੇ, ਪਾਪ ਕਰਮਾਂ ਕਰਕੇ ਦੁਖੀ ਹੈ। ਵਾਹਿਗੁਰੂ ਦੇ ਭਜਨ ਤੋਂ ਬਿਨਾਂ ਕੋਈ ਵੀ ਸੁਖ ਨਹੀਂ ਪ੍ਰਾਪਤ ਕਰ ਸਕਦਾ। ਨਾਹ ਬਿਨ ਧਰ ਵਾਸ ਨਾਹੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਨਾਹ ਬਿਨ ਘਰ ਵਾਸ ਨਾਹੀ। ਪ੍ਰਤੱਖ ਵੀ ਉਦਾਹਰਣ ਦੇ ਕਰਕੇ ਫਰਮਾਉਂਦੇ ਹੈ। ਜਿਵੇਂ ਨਾਹ ਪਤੀ ਤੋਂ ਬਿਨਾਂ ਜਿਹੜੀ ਪਤਨੀ ਹੈ ਨਾ, ਘਰ ਦੇ ਵਿੱਚ ਸਾਧ ਸੰਗਤ ਜੀ ਨਿਵਾਸ ਨਹੀਂ ਕਰ ਸਕਦੀ, ਸੁੱਖ ਦੇ ਨਾਲ ਜ਼ਿੰਦਗੀ ਨਹੀਂ ਬਤੀਤ ਕਰ ਸਕਦੀ। ਸਿਰ ਤੇ ਸਿਰ ਦਾ ਸਾਈਂ ਹੋਵੇ, ਘਰ ਦੇ ਵਿੱਚ ਪਤੀ ਹੋਵੇ, ਤਾਂ ਹੀ ਸਾਧ ਸੰਗਤ ਜੀ ਸੁੱਖ ਦੇ ਨਾਲ ਜ਼ਿੰਦਗੀ ਬਤੀਤ ਹੁੰਦੀ ਹੈ। ਨਹੀਂ ਤਾਂ ਸਕੇ ਸੰਬੰਧੀ ਜਿਹੜੇ ਹਨ ਜਮਾਂ ਦੀ ਤਰ੍ਹਾਂ, ਦੂਤਾਂ ਦੀ ਤਰ੍ਹਾਂ ਦੁਖਦਾਇਕ ਬਣ ਜਾਂਦੇ ਹਨ। ਸਿਰ ਤੇ ਮਾਲਕ ਨਾ ਹੋਵੇ, ਪਤੀ ਨਾ ਘਰ ਦੇ ਵਿੱਚ ਹੋਵੇ, ਤੇ ਜਿਹੜੇ ਆਪਣੇ ਹੁੰਦੇ ਉਹ ਵੀ ਸਾਧ ਸੰਗਤ ਜੀ ਦੁਸ਼ਮਣਾਂ ਦੀ ਤਰ੍ਹਾਂ ਦੁਖਦਾਇਕ ਬਣ ਜਾਂਦੇ ਹੈ। ਇਹ ਜਗਤ ਦੀ ਰੀਤੀ ਹੈ। ਇਹ ਮਹਾਰਾਜ ਸਤਿਗੁਰੂ ਜੀ ਨੇ ਫਰਮਾਨ ਕੀਤਾ, ਨਾਹ ਬਿਨ ਘਰ ਵਾਸ ਨਾਹੀ। ਇਹ ਜੀਵ ਰੂਪ ਸਖੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਕਦੇ ਪ੍ਰਮਾਤਮਾ ਦੇ ਪਰਮ ਸੁਖ ਰੂਪੀ ਘਰ ਦੇ ਵਿੱਚ ਤੇਰਾ ਨਿਵਾਸ ਨਹੀਂ ਹੋ ਸਕਦਾ। ਸੁਖ ਦੇ ਨਾਲ ਇੱਕ ਰਸ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਕੇ ਕਦੇ ਤੂੰ ਆਨੰਦ ਨਹੀਂ ਮਾਣ ਸਕਦੀ। ਪੁੱਛੋ ਸਖੀ ਸਹੇਲੀਆ। ਇਹ ਜੀਵ ਰੂਪ ਸਖੀ, ਇਹ ਮੱਧਮ ਸਖੀ, ਉੱਤਮ ਸਖੀਆਂ, ਮਹਾਤਮਾ ਰੂਪ ਸਖੀਆਂ ਨੂੰ ਜਾ ਕਰਕੇ ਪੁੱਛ ਲੈਣਾ ਕਰ, ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ। ਔਰ ਉਹਨਾਂ ਨੂੰ ਜਾ ਕਰਕੇ ਪੁੱਛ ਲੈਣਾ ਕਰ ਕਿ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਮੈਂ ਸਰੂਪ ਰੂਪੀ ਘਰ ਵਿੱਚ ਸਥਿਤ ਹੋ ਸਕਦੀ ਹਾਂ। ਹਿਰਦੇ ਰੂਪੀ ਨਿਰਵਿਕਲਪ ਸਮਾਧੀ ਰੂਪ ਘਰ ਦੇ ਵਿੱਚ ਅੰਤਸ਼ਕਰਨ ਰੂਪੀ